ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 91 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਇਸ ਵਾਰ ਦੀ 20ਵੀਂ ਜੋ ਪੌੜੀ 20ਵਾਂ ਸ਼ਲੋਕ ਬਖਸ਼ਿਸ਼ ਕਰ ਰਹੇ ਨੇ। ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਾਸ਼ੀ 'ਚ ਗਏ ਹੈ, ਉਸ ਵੇਲੇ ਉੱਥੋਂ ਦੇ ਪਾਂਡੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਅਸੀਂ ਰਸੋਈ ਪਵਿੱਤਰਤਾ ਵਾਲੀ ਤਿਆਰ ਕੀਤੀ ਹੈ। ਉਹਦੇ ਚਾਰੇ ਪਾਸੇ ਧਾਗਾ ਜਿਹਾ ਬੰਨ੍ਹਿਆ ਹੋਇਆ, ਲੱਕੜਾਂ ਧੋਤੀਆਂ, ਥਾਂ ਵੀ ਪੱਟੀ ਹੈ। ਸੋ ਇਸ ਕਰਕੇ ਕਿਸੇ ਨੂੰ ਅਸੀਂ ਨੇੜੇ ਵੀ ਨਹੀਂ ਲੱਗਣ ਦਿੰਦੇ। ਸ਼ੂਦਰ ਆਦਮੀ ਤਾਂ ਨੇੜੇ ਆ ਹੀ ਨਹੀਂ ਸਕਦਾ। ਇਹ ਪਵਿੱਤਰ ਰਸੋਈ ਤਿਆਰ ਕੀਤੀ ਹੈ, ਭੋਜਨ ਛਕੋ ਤੁਸੀਂ। ਮਹਾਰਾਜ ਨੇ ਫਿਰ, ਕਿਉਂਕਿ ਉਹ ਉੱਪਰਲਾ ਦਿਖਾਵਾ ਜ਼ਿਆਦਾ ਸੀ, ਉਹਦੇ 'ਚ ਅਸਲੀਅਤ ਘੱਟ ਸੀ, ਫਿਰ ਗੁਰਾਂ ਨੇ ਉਹਨਾਂ ਦੇ ਪਖੰਡ ਨੂੰ ਨਿਮਿਤ ਕਰਨ ਵਾਸਤੇ ਉਹਨਾਂ ਦੀ ਰਸੋਈ ਵਾਲੀ ਜਗ੍ਹਾ ਉੱਪਰ ਜਾ ਕੇ ਉਹਨਾਂ ਦੀ ਜਿਹੜੀ ਕਾਰਾਂ ਕੱਢੀ ਹੋਈ ਸੀ ਉਹਦਾ ਆਪਣਾ ਚਰਨ ਰੱਖਿਆ। ਜਦੋਂ ਉਸ ਵਕਤ ਕਹਿਣ ਲੱਗੇ ਇਹ ਯੋਗ ਨਹੀਂ ਹੈ। ਪਹਿਲਾਂ ਬੇਨਤੀਆਂ ਵੀ ਕਰਦੇ ਨੇ, ਭਾਈ ਮਰਦਾਨਾ ਨਾਲ ਵੀ ਥੋੜ੍ਹਾ ਤਕਰਾਰ ਕਰਦੇ ਨੇ ਅਤੇ ਤੁਸੀਂ ਆਪ ਆ ਸਕਦੇ ਹੋ, ਭਾਈ ਮਰਦਾਨਾ ਨੂੰ ਨਹੀਂ ਲਿਆ ਸਕਦੇ। ਇਹ ਬਚਨ ਸੁਣ ਕੇ ਮਹਾਰਾਜ ਨੇ ਕਿਹਾ ਅਸੀਂ ਤਾਂ ਤੁਹਾਡਾ ਚੌਂਕਾ ਕੀ ਭ੍ਰਿਸ਼ਟ ਕਰਨਾ ਹੈ। ਤੁਹਾਡਾ ਚੌਂਕਾ ਤਾਂ ਪਹਿਲਾਂ ਹੀ ਭ੍ਰਿਸ਼ਟ ਹੋਇਆ ਹੀ ਹੋਇਆ, ਕਿਉਂਕਿ ਤੁਹਾਡੇ ਚੌਂਕੇ ਵਿੱਚ ਨੀਚ ਜਾਤੀਆਂ ਵਾਲੇ ਜਿਹੜੇ ਔਗਣ ਨੇ, ਡੂਮਣੀਆਂ, ਕਸਾਇਣਾਂ ਆਦਿਕ ਸਾਰੀਆਂ ਇਸਤਰੀਆਂ ਬੈਠੀਆਂ ਹੋਈਆਂ। ਇਹ ਗੱਲ ਸੁਣ ਕੇ ਪੰਡਤਾਂ ਨੇ ਕਿਹਾ ਸਾਡੇ ਚੌਂਕੇ ਵਿੱਚ ਐਸੀਆਂ ਪਵਿੱਤਰ ਚੀਜ਼ਾਂ ਕਿਵੇਂ ਬੈਠ ਸਕਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਪਦੇਸ਼ ਦਿੱਤਾ ਕਿ ਬਾਹਰ ਜਿਹੜੇ ਲੋਕ ਨੇ, ਆਮ ਲੋਕ, ਉਹਨਾਂ ਨੂੰ ਤੁਸੀਂ ਬਹੁਤ ਮਾੜਾ ਚੰਗਾ ਬੋਲਦੇ ਹੋ। ਇਹ ਸ਼ੂਦਰ ਹੈ, ਨੀਵਾਂ ਹੈ। ਬੰਦਾ ਸੁਭਾਵ ਕਰਕੇ ਸ਼ੂਦਰ ਹੁੰਦਾ, ਸੁਭਾਅ ਕਰਕੇ ਬੰਦਾ ਮਾੜਾ ਹੁੰਦਾ। ਵਾਸਤਵ ਦੇ ਵਿੱਚ ਜੇ ਕੋਈ ਪੰਡਤ ਹੋ ਕੇ, ਬ੍ਰਾਹਮਣ ਹੋ ਕੇ ਮਾੜਾ ਕੰਮ ਕਰਦਾ ਤਾਂ ਆਪਾਂ ਕਹਿੰਦੇ ਇਹ ਮਾੜਾ। ਸੋ ਇਸ ਤਰ੍ਹਾਂ ਜੇ ਕੋਈ ਨੀਵੀਂ ਜਾਤੀ ਦਾ ਬੰਦਾ ਚੰਗਾ ਕੰਮ ਕਰਦਾ ਤਾਂ ਉਹਨੂੰ ਆਪਾਂ ਚੰਗਾ ਵੀ ਕਹਿੰਦੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇੱਥੇ ਉਚਾਰਨ ਕੀਤਾ ਸ਼ਲੋਕ ਮਹੱਲਾ ਪਹਿਲਾ, ਕੁਬੁੱਧ ਡੂਮਣੀ। ਜਿਹੜੀ ਕੁਬੁੱਧ ਹੈ, ਖੋਟੀ ਬੁੱਧੀ ਤੁਹਾਡੇ ਅੰਦਰ ਹੈ। ਖੋਟੀ ਬੁੱਧੀ ਹੀ ਇੱਕ ਤਰ੍ਹਾਂ ਦੀ ਡੂਮਣੀ ਮਰਾਸ਼ਣ ਬੜੀ ਹੋਈ ਹੈ ਅੰਦਰ ਤੁਹਾਡੇ। ਕੁਦਇਆ ਕਸਾਇਣ, ਜਿਹੜੀ ਖੋਟੀ ਦਇਆ ਕਰਨੀ ਹੈ ਮਨ ਦੇ ਅੰਦਰ ਖੋਟ ਰੱਖ ਕੇ, ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ ਤੁਹਾਡੇ ਅੰਦਰ। ਪਰ ਨਿੰਦਾ ਘਾਟ ਝੂੜੀ, ਮੁੱਠੀ ਕ੍ਰੋਧ ਚੰਡਾਲ, ਜਿਹੜੀ ਪਰਾਈ ਨਿੰਦਿਆ ਕਰਨੀ ਹੈ ਇਹ ਹਿਰਦੇ ਦੇ ਅੰਦਰ ਤੁਹਾਡੇ ਚੂੜੀ ਬੈਠੀ। ਕ੍ਰੋਧ ਚੰਡਾਲ, ਕ੍ਰੋਧ ਦੇ ਘਰ ਵਾਲੀ ਜੋ ਹਿੰਸਾ ਹੈ ਇਹ ਚੰਡਾਲਣੀ ਤੁਹਾਡੇ ਅੰਦਰ ਬੈਠੀ ਹੈ। ਜਦੋਂ ਤੁਹਾਡੇ ਅੰਦਰ ਇਹ ਚੀਜ਼ਾਂ ਬੈਠੀਆਂ ਨੇ, ਖੋਟੀ ਬੁੱਧੀ ਔਰ ਕੁਦਇਆ, ਦਇਆ ਤੋਂ ਉਲਟ ਕਠੋਰਪੁਣਾ ਤੁਹਾਡਾ, ਪਰਾਈ ਨਿੰਦਾ ਹਰ ਵਕਤ ਕਰਨੀ, ਹਰ ਵਕਤ ਗੁੱਸਾ ਹੀ ਕਰੀ ਜਾਣਾ, ਕ੍ਰੋਧੀ ਹੋਏ ਰਹਿਣਾ। ਜਦੋਂ ਆਪਦੇ ਅੰਦਰ ਇੰਨੇ ਔਗਣ ਨੇ, ਪੰਡਤ ਹੋ ਕੇ, ਬ੍ਰਾਹਮਣ ਹੋ ਕੇ, ਫਿਰ ਜਿਹੜੇ ਆਮ ਵਿਚਾਰੇ ਗਰੀਬ ਲੋਕ ਨੇ ਉਹਨਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ। ਉਹ ਤੁਹਾਡੇ ਨਾਲੋਂ ਚੰਗੇ ਵੀ ਹੋ ਸਕਦੇ ਆ ਜੋ ਪਰਮਾਤਮਾ ਦਾ ਨਾਮ ਜਪਦੇ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਸਤਿਗੁਰੂ ਕਹਿੰਦੇ ਚਾਰੇ ਨੀਚ ਜਾਤੀਆਂ ਵਾਲੀਆਂ, ਸੋ ਇਸਤਰੀਆਂ ਜਿਹੜੀਆਂ ਮੁੱਠੀ ਤੋਂ ਭਾਵ ਮੋਹਣੇ ਵਾਲੀਆਂ ਹਿਰਦੇ ਦੇ ਵਿੱਚ ਅੰਦਰ ਨਾਲ ਬੈਠੀਆਂ ਨੇ, ਤਾਂ ਇਹ ਜਿਹੜੀਆਂ ਲਕੀਰਾਂ ਕੱਢੀਆਂ ਹੋਈਆਂ, ਧਾਗੇ ਡੰਡੇ ਜੇ ਖੜੇ ਕਰਕੇ ਬੰਨੇ ਹੋਏ ਨੇ, ਇਹ ਬਾਹਰਲਾ ਲੋਕ ਦਿਖਾਵਾ ਜਿਹੜਾ ਕਰਦੇ ਹੋ, ਲੋਕ ਦਿਖਾਵੇ ਦੀ ਪਵਿੱਤਰਤਾ ਦਾ ਕੋਈ ਲਾਭ ਨਹੀਂ ਹੈ। ਕਿਉਂਕਿ ਬੰਦੇ ਦੇ ਅੰਦਰ ਪਵਿੱਤਰਤਾ ਹੋਣੀ ਚਾਹੀਦੀ ਆ ਜਿਹੜੀ ਪਰਮੇਸ਼ਰ ਨੂੰ ਭਾ ਜਾਂਦੀ। ਇਹ ਕਿਉਂਕਿ ਅਪਵਿੱਤਰਤਾ ਪਰਮਾਤਮਾ ਨੂੰ ਭਾਉਂਦੀ ਨਹੀਂ। ਸੋ ਕਹਿਣ ਲੱਗੇ ਮਹਾਰਾਜ ਅੰਦਰਲੀ ਪਵਿੱਤਰਤਾ ਕਿਹੜੀ ਹੁੰਦੀ। ਤਾਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਉਹਨਾਂ ਨੂੰ, ਸੱਚ ਸੰਜਮ ਕਰਨੀ ਕਾਰਾ, ਨਾਵਣ ਨਾਉ ਜਪੇਹੀ। ਸਤਿਗੁਰੂ ਕਹਿੰਦੇ ਜਿਹੜਾ ਸੱਚਾ ਸੰਜਮ ਰੱਖਣਾ ਉਹ ਕਿਹੜਾ, ਜਿਹੜਾ ਨਿਸ਼ਕਪਟ ਹੋ ਕੇ ਇੰਦਰੀਆਂ ਦਾ ਦਮਨ ਕਰਨਾ। ਇਹ ਤਾਂ ਬੰਦਾ ਚੌਂਕਾ ਬਣਾਵੇ।
ਅਤੇ ਜਿਹੜੀ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਕਾਰਾਂ ਹੁੰਦੀ ਲਕੀਰਾਂ ਕੱਢਣੀਆਂ ਨੇ, ਨਿਸ਼ਕਾਮ ਕਰਮ ਦੀਆਂ ਲਕੀਰਾਂ। ਅਤੇ ਨਹਾਵਣ ਨਾਉ ਜਪੇ ਹੀ, ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਹੈ ਇਹੀ ਇਸ਼ਨਾਨ ਹੁੰਦਾ। ਬਾਹਰੋਂ ਤਾਂ ਇਸ਼ਨਾਨ ਕਰ ਲਿਆ, 2 ਬਾਲਟੀਆਂ ਪਾ ਲਈਆਂ ਪਿੰਡੇ 'ਤੇ, ਇੰਨੇ ਨਾਲ ਜੇ ਪਵਿੱਤਰ ਹੁੰਦਾ ਹੋਵੇ ਮਨੁੱਖ, ਫਿਰ ਤਾਂ ਬਹੁਤ ਸਾਰੀਆਂ ਚੀਜ਼ਾਂ ਪਾਣੀ ਅੰਦਰ ਰਹਿਣ ਵਾਲੀਆਂ, ਮੱਛੀਆਂ, ਡੱਡੂ ਆਦਿਕ ਸਭ ਪਵਿੱਤਰ ਹੋ ਜਾਣ। ਪਾਣੀ ਸਰੀਰ 'ਤੇ ਪਾਈਦਾ ਸਿਰਫ ਸਾਵਧਾਨਤਾ ਲਈ, ਪਰ ਜਿਹੜੀ ਅਸਲੀਅਤ ਵਿੱਚ ਇਸ਼ਨਾਨ ਹੈ ਉਹ ਨਾਮ ਦਾ ਹੀ ਹੁੰਦਾ। ਨਾਨਕ ਅੱਗੇ ਉਤਮ ਸੇਈ, ਜੇ ਪਾਪਾਂ ਪੰਧ ਨਾ ਦੇਹੀ। ਮਹਾਰਾਜ ਕਹਿੰਦੇ ਅੱਗੇ ਪਰਲੋਕ ਵਿੱਚ ਦਰਗਾਹ ਵਿੱਚ ਗਏ ਉਹ ਬੰਦੇ ਉੱਤਮ ਮੰਨੇ ਜਾਂਦੇ ਨੇ ਜਿਹੜੇ ਪਾਪਾਂ ਦੇ ਪੰਧ ਹੁੰਦਾ ਰਸਤੇ 'ਤੇ, ਪਾਪਾਂ ਦੇ ਰਸਤੇ ਵਿੱਚ ਮਨ ਰੂਪੀ ਪੈਰ ਨਹੀਂ ਰੱਖਦੇ, ਜਿਹੜੇ ਪਾਪਾਂ ਦੀ ਸਿੱਖਿਆ ਨਹੀਂ ਦਿੰਦੇ, ਇੱਛਾ ਹੀ ਨਹੀਂ ਕਰਦੇ। ਜਿਸ ਵੇਲੇ ਉਪਦੇਸ਼ ਸੁਣ ਕੇ ਕਾਸ਼ੀ ਨਿਵਾਸੀ ਸਾਰੇ ਪੰਡਤ ਗੁਰਾਂ ਦੇ ਚਰਨੀ ਪੈ ਗਏ ਤਾਂ ਭਾਈ ਬਾਲੇ ਨੇ ਕਿਹਾ, ਤੁਹਾਨੂੰ ਵਾਹਿਗੁਰੂ ਜੀ ਨੇ ਬਗਲਿਆਂ ਤੋਂ ਹੰਸ ਕਰ ਦਿੱਤਾ ਇਹਨਾਂ ਨੂੰ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਣੋ ਭਾਈ, ਮਹੱਲਾ ਪਹਿਲਾ, ਕਿਆ ਹੰਸ ਕਿਆ ਬਗੁਲਾ, ਜਾ ਕਉ ਨਦਰ ਕਰੇ। ਜੇ ਬਗਲੇ ਤੋਂ ਹੰਸ ਕਿਆ ਤੋਂ ਭਾਵ ਕਰ ਦਿੱਤਾ ਤਾਂ ਕਿਆ ਕੀ ਹੋਇਆ, ਕੋਈ ਵੱਡੀ ਗੱਲ ਨਹੀਂ ਹੈ ਉਹਨਾਂ ਵਾਸਤੇ। ਉਹ ਵਾਹਿਗੁਰੂ ਜਿਸ ਉੱਤੇ ਵੀ ਕਿਰਪਾ ਦ੍ਰਿਸ਼ਟੀ ਕਰਦਾ ਉਹਨੂੰ ਹੀ ਤਾਰ ਦਿੰਦਾ। ਹਰੇਕ ਉੱਤੇ ਜਿਹੜੀ ਨਦਰ ਹੋ ਜਾਣੀ ਆ ਉਹਦੀ। ਜੋ ਤਿਸ ਭਾਵੈ ਨਾਨਕਾ, ਕਾਗਹੁ ਹੰਸ ਕਰੇ। ਜਿਹੜਾ ਉਸ ਵਾਹਿਗੁਰੂ ਨੂੰ ਭਾਉਂਦਾ ਉਹਨੂੰ ਕਾਂ ਤੋਂ ਹੰਸ ਕਰ ਦਿੰਦੇ ਨੇ। ਇਸੇ ਪ੍ਰਕਾਰ ਸੋ ਜੇ ਬਗਲਾ ਤੋਂ ਭਾਵ ਹੁੰਦਾ ਪਖੰਡੀ ਬੰਦਾ ਹੋਵੇ, ਪਖੰਡੀ ਤੋਂ ਹੰਸ ਭਾਵ ਹੁੰਦਾ ਮਹਾਤਮਾ ਬਣਾ ਦਿੰਦੇ ਨੇ ਪਰਮਾਤਮਾ। ਤਾਂ ਕੋਈ ਅਸਚਰਜ ਵਾਲੀ ਗੱਲ ਨਹੀਂ। ਹੁਣ ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹਨਾਂ ਨੂੰ ਜ਼ਰੂਰ ਬਰ ਜ਼ਰੂਰ ਤਾਰਦੇ ਨੇ। ਜਿਹੜੇ ਬੰਦੇ ਉਹ ਪਰਮੇਸ਼ਰ ਨੂੰ ਭਾ ਜਾਂਦੇ ਨੇ, ਜੋ ਤਿਸ ਭਾਵ ਹੈ ਨਾਨਕਾ, ਭਾਵੇਂ ਅੰਦਰੋਂ ਬਾਹਰੋਂ ਕਾਂ ਵਾਂਗੂ ਪਾਪਾਂ ਕਰਕੇ ਕਾਲਾ ਹੋਵੇ, ਭਾਵੇਂ ਉਹ ਹੰਸ ਵਾਂਗੂ ਤਤਵੇਤਾ ਮਹਾਤਮਾ, ਉਹ ਤਤਵੇਤਾ ਮਹਾਤਮਾ ਹੀ ਬਣਾ ਦਿੰਦੇ ਨੇ ਕਾਂ ਵਾਂਗੂ ਕਾਲੇ ਵਿਅਕਤੀ ਨੂੰ। ਤਤਵੇਤਾ ਤਾਂ ਪੂਰਨ ਰੂਪ ਵਿੱਚ ਹੈ ਹੀ ਹੈ, ਪਰ ਜਿਹੜੇ ਕਾਂ ਵਰਗੇ ਵਿਅਕਤੀ ਨੇ ਮੂੰਹ ਵਿੱਚੋਂ ਕਾਂ ਕਾਂ ਕਰਦੇ ਨੇ, ਹਮੇਸ਼ਾ ਚਰਚਾ ਕਰਦੇ ਨੇ, ਮਨ ਦੇ ਅੰਦਰ ਕਾਂ ਵਾਲੀ ਕਾਲਖ ਲੱਗੀ ਹੋਈ ਹੈ। ਕਾਂ ਗੰਦਗੀ ਜਿਵੇਂ ਖਾਂਦਾ ਹੈ, ਇਸ ਤਰ੍ਹਾਂ ਨਿੰਦਾ ਰੂਪੀ ਵਿਸਟਾ ਖਾਈ ਜਾਂਦੇ ਨੇ ਹਰ ਵਕਤ। ਜੇ ਅਕਾਲ ਪੁਰਖ ਦੀ ਨਿਗਾਹ ਹੋ ਜੇ ਪਾਪਾਂ ਕਰਕੇ ਕਾਲੇ ਕਾਵਾਂ 'ਤੇ, ਉਹਨੂੰ ਵੀ ਤਤਵੇਤਾ ਮਹਾਤਮਾ ਬਣਾ ਦਿੰਦੇ ਨੇ। ਹੰਸ ਕੀ, ਬਗਲਾ ਕੀ, ਕਾਂ ਕੀ, ਉਹ ਵਾਹਿਗੁਰੂ ਜਿਸ ਉੱਤੇ ਵੀ ਕਿਰਪਾ ਦ੍ਰਿਸ਼ਟੀ ਕਰਦਾ, ਜਿਹੜਾ ਉਹਨੂੰ ਭਾ ਜਾਂਦਾ ਉਸ ਉੱਤੇ ਹੀ ਵਾਹਿਗੁਰੂ ਕਿਰਪਾ ਕਰਨ ਦਾ ਉਹਨੂੰ ਤਤਵੇਤਾ ਬਣਾ ਦਿੰਦਾ। ਜਿਵੇਂ ਗੁਰੂ ਨਾਨਕ ਦੇਵ ਜੀ ਭਾਰੀ ਜੰਗਲਾਂ ਦੇ ਵਿੱਚ ਦੀ ਜਾਂ ਲੰਘਦੇ ਜਾ ਰਹੇ ਸੀ, ਸਾਖੀ ਆਵੇਗੀ, ਬਹੁਤ ਸਾਰੇ ਸੋ ਐਸੇ ਜਿਹੜੇ ਬਾਂਦਰ 'ਚ ਪੈਂਜੀ ਕਹਿੰਦੇ, ਜਿਹਨੂੰ ਕਿੰਨੇ ਹੀ ਸਨ ਬੈਠੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕੇ ਦੌੜ ਗਏ। ਇੱਕ ਬੈਠਾ ਰਿਹਾ, ਕਾਫੀ ਚੀਕ ਜੀ ਮਾਰ ਕੇ ਦੌੜ ਗਿਆ। ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਚੱਲੀਏ ਹੁਣ, ਇਹ ਸਾਰੇ ਚਲੇ ਗਏ। ਕਹਿੰਦੇ ਨਹੀਂ ਮਰਦਾਨਾ, ਉਹ ਕੁਛ ਬੋਲ ਕੇ ਗਿਆ। ਕਹਿੰਦੇ ਕਿ ਭਾਈ ਉਹ ਕੀ ਬੋਲ ਗਿਆ, ਪਤਾ ਤੈਨੂੰ? ਕਹਿੰਦੇ ਨਾ ਮਹਾਰਾਜ। ਉਹ ਕਹਿੰਦੇ ਮਹਾਰਾਜ ਬੈਠੋ, ਮੈਂ ਫਲ ਲੈ ਕੇ ਆਉਣਾ। ਇੱਕ ਘੜੀ ਬਾਅਦ ਉਹ ਕਿੰਨੇ ਹੀ ਫਲ ਚੱਕ ਕੇ ਤੋੜ ਕੇ ਜੰਗਲ 'ਚੋਂ ਥਾਂ ਥਾਂ ਤੋਂ ਲੈ ਕੇ ਆਇਆ, ਮਹਾਰਾਜ ਦੇ ਅੱਗੇ ਰੱਖ ਦਿੱਤੇ। ਸੋ ਉਸ ਵਕਤ ਰੱਖ ਕੇ ਦੌੜ ਗਿਆ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਦੇਖ ਭਾਈ ਮਰਦਾਨਾ, ਇੱਕ ਜੀਵ ਹੈ, ਪਸ਼ੂ ਹੈ, ਇਹਨੂੰ ਵੀ ਸੋਝੀ ਹੋ ਆਈ ਹੈ, ਇਹ ਸੇਵਾ ਕਰ ਗਿਆ, ਲੈ ਬਈ ਹੁਣ ਇਹ ਤਰ ਜਾਏਗਾ, ਇਹਦੇ ਉੱਤੇ ਵੀ ਵਾਹਿਗੁਰੂ ਦੀ ਮਿਹਰ ਹੋ ਜਾਵੇਗੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਤਾਂ ਕਾਵਾਂ ਵਰਗੇ ਕਾਲੇ ਬੰਦਿਆਂ ਨੂੰ ਵੀ ਪ੍ਰਤੱਖ ਕਾਂ ਜਿਹੜੇ ਸੀਗੇ, ਜਦੋਂ ਥਾਂ ਪ੍ਰਗਟ ਕਰਨਾ ਸੀ ਉਦੋਂ ਕੌਤਕ ਦਿਖਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਸ ਕੋਹੜੀ ਨੂੰ, ਜੋ ਬੀਬੀ ਰਜਨੀ ਦਾ ਪਤੀ ਸੀ। ਇਹ ਕੌਤਕ ਸਿਰਫ ਉਸੇ ਨੂੰ ਦਿਖਾਇਆ ਸੀ, ਉਹਦਾ ਭਰੋਸਾ ਬਣਾਉਣ ਲਈ, ਕਿ ਉਹਦੀ ਨਿਗਾਹ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਵਾਕਈ ਇਹ ਥਾਂ 'ਤੇ ਇਸ਼ਨਾਨ ਕਰਦੇ ਨੇ ਕਾਲੇ ਕਾਂ,
ਅਤੇ ਬਗਲੇ ਬਣ ਕੇ ਚਿੱਟੇ ਰੰਗ ਦੇ ਬਾਹਰ ਨਿਕਲ ਜਾਂਦੇ ਨੇ। ਜੇ ਇੰਨਾ ਨਾ ਕਰਦੇ ਫਿਰ ਉਹਦੀ ਸ਼ਰਧਾ ਨਹੀਂ ਸੀ ਬਣਨੀ। ਉਹਨੇ ਜਾਣ ਲਿਆ ਕਿ ਪਾਣੀ ਵਿੱਚ ਸ਼ਕਤੀ ਹੈ। ਉਹਨੇ ਜਾ ਕੇ ਪਾਣੀ ਦੇ ਵਿੱਚ ਇੱਕ ਹੱਥ ਡੁਬੋਇਆ, ਠੀਕ ਹੋ ਗਿਆ, ਕੋਹੜ ਹਟ ਗਿਆ। ਉਹ ਛੇਤੀ ਦੇ ਨਾਲ ਹੀ ਫਿਰ ਟੋਕਰੀ ਦੇ ਵਿੱਚੋਂ ਰਿੜ ਕੇ ਨਿਕਲ ਕੇ ਪਾਣੀ ਵਿੱਚ ਜਾ ਵੜਿਆ। ਇੱਕ ਉਂਗਲ ਬਾਕੀ ਤਾਂ ਉਹਨੂੰ ਰੱਖ ਲਈ ਸੀ, ਜਿਹੜੀ ਨਿਸ਼ਾਨੀ ਰੱਖੀ ਸੀ ਉਹਨੇ ਕੋਹੜ ਦੀ। ਸੋ ਉਸ ਵਕਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰੌਲਾ ਪੈ ਗਿਆ ਇਸ ਗੱਲ ਦਾ, ਇਹ ਟੋਕਰੀ ਮੂਧੀ ਮਾਰ ਕੇ ਉੱਤੇ ਬੈਠਾ ਬੀਬੀ ਰਜਨੀ ਕਹਿਣ ਲੱਗੀ, ਮੇਰਾ ਪਤੀ ਮਾਰ ਦਿੱਤਾ, ਤੂੰ ਕੋਈ ਬਡਰੂਪੀਆ ਆ ਗਿਆ ਉਹਦੀ ਥਾਂ 'ਤੇ। ਉਹ ਕਹੇ ਨਹੀਂ ਮੈਂ ਹੀ ਪਤੀ। ਇਹ ਰੌਲਾ ਪਿਆ। ਗੁਰੂ ਅਰਜਨ ਦੇਵ ਮਹਾਰਾਜ ਸੰਤੋਖਸਰ ਸਾਹਿਬ ਸੀ, ਉੱਥੇ ਗਏ। ਜਦੋਂ ਰੌਲਾ ਸੁਣਿਆ, ਮਹਾਰਾਜ ਕਹਿਣ ਲੱਗੇ ਕੀ ਗੱਲ ਹੈ? ਕਹਿਣ ਲੱਗੇ ਮਹਾਰਾਜ ਆਹ ਕਾਰਨ ਬਣਿਆ, ਇਹਨੇ ਮੇਰਾ ਪਤੀ ਮਾਰ ਦਿੱਤਾ। ਸਤਿਗੁਰੂ ਕਹਿਣ ਲੱਗੇ ਹਾਂ ਭਾਈ ਤੂੰ ਦੱਸ। ਕਹਿੰਦਾ ਦੇਖੋ ਜੀ ਕੋਹੜ ਮੇਰਾ ਠੀਕ ਹੋ ਗਿਆ। ਉਸ ਵਕਤ ਉੱਥੇ ਕਾਰ ਸੇਵਾ ਕਰਕੇ ਸੰਗਤ ਬਹੁਤ ਜ਼ਿਆਦਾ ਇਕੱਠੀ ਹੋਈ ਸੀ। ਫਿਰ ਇਕੱਠੀ ਹੋਣ 'ਤੇ ਸੰਗਤ ਉੱਥੇ ਜਦ ਗਏ, ਅੱਗੇ ਉਹ ਚੱਲੇ ਨੇ, ਪਿੱਛੇ ਸਤਿਗੁਰੂ ਸਾਰੀ ਸੰਗਤ ਚੱਲੀ ਹੈ। ਸਤਿਗੁਰੂ ਕਹਿਣ ਲੱਗੇ ਚੰਗਾ ਇਹ ਪਾਣੀ ਦੇ ਵਿੱਚ ਹੱਥ ਡੁਬੋ। ਜਿਸ ਉਂਗਲੀ 'ਤੇ ਕੋਹੜ ਸੀ ਜਦੋਂ ਸਾਰੀ ਸੰਗਤ ਦੇ ਸਾਹਮਣੇ ਡੁਬੋਇਆ, ਕੱਢਿਆ ਤਾਂ ਕੋਹੜ ਰਾਜੀ ਹੋ ਗਿਆ। ਮਹਾਰਾਜ ਕਹਿਣ ਲੱਗੇ ਬੇਟਾ ਇਹੀ ਤੇਰਾ ਪਤੀ ਹੈ। ਇਹ ਥਾਂ ਵਿੱਚ ਤਾਕਤ ਇੰਨੀ ਹੈ, ਇਹ ਥਾਂ ਨੂੰ ਅੱਜ ਪ੍ਰਗਟ ਕਰਨਾ ਸੀ ਪ੍ਰਮਾਤਮਾ ਨੇ। ਸੋ ਇੱਕ ਵਿਸਾਖ ਵਾਲੇ ਦਿਨ ਉਹ ਮਹਾਰਾਜ ਨੇ ਥਾਂ ਪ੍ਰਗਟ ਕੀਤਾ, ਵਿਸਾਖੀ ਵਾਲੇ ਦਿਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਕੇ ਫਰਮਾਉਂਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਪੌੜੀ ਫਰਮਾਉਂਦੇ ਨੇ, ਪੌੜੀ ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ। ਜਿਹੜਾ ਵੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਉਹ ਪਹਿਲਾਂ ਵਾਹਿਗੁਰੂ ਦੇ ਕੋਲ ਬੇਨਤੀ ਕਰੋ। ਉਸ ਕੰਮ ਦੀ ਸਫਲਤਾ ਲਈ ਪਹਿਲਾਂ ਅਰਦਾਸ ਕਰੋ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਕਿਉਂਕਿ ਵਾਹਿਗੁਰੂ ਆਪਣੇ ਸੇਵਕ ਦੀ ਬੇਨਤੀ ਸੁਣ ਕੇ ਸੇਵਕ ਦੇ ਸਾਰੇ ਕੰਮ ਸਵਾਰ ਦਿੰਦਾ। ਇਹ ਸਤਿਗੁਰਾਂ ਦੀ ਸੱਚੀ ਸਾਖੀ ਹੈ ਤੋਂ ਭਾਵ ਸਿੱਖਿਆ ਹੈ। ਇਸ ਗੱਲ ਵਿੱਚ ਸੱਚਾ ਸਤਿਗੁਰ ਗਵਾਹ ਹੈ ਕਿ ਕਾਰਜ ਦੇ ਸਵਾਰ, ਜੇ ਬੇਨਤੀ ਕਰੀਏ ਅਕਾਲ ਪੁਰਖ ਦੇ ਚਰਨਾਂ 'ਚ, ਅਕਾਲ ਪੁਰਖ ਉਹ ਸਿੱਖ ਦੇ ਸਾਰੇ ਕੰਮ ਬਣਾ ਦਿੰਦੇ ਨੇ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਸੰਤਾਂ ਦਾ ਸੰਗ ਨਾਮ ਅੰਮ੍ਰਿਤ ਦਾ ਖਜ਼ਾਨਾ ਹੈ। ਉੱਥੇ ਜਾ ਕੇ ਨਾਮ ਅੰਮ੍ਰਿਤ ਨੂੰ ਚਖਣਾ ਕਰੀਏ। ਸੰਤਾਂ ਦੇ ਨਾਲ ਮਿਲ ਕੇ ਨਿਧੀਆਂ ਦਾ ਖਜ਼ਾਨਾ ਜੋ ਪਰਮਾਤਮਾ ਹੈ, ਵਾਹਿਗੁਰੂ ਹੈ, ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਉਹਨੂੰ ਚਾਖੀਏ ਤੋਂ ਭਾਵ ਧਾਰਨਾ ਕਰੀਏ ਪੂਰਨ ਪੁਰਖਾਂ ਦੇ ਨਾਲ ਮਿਲ ਕੇ। ਜੇ ਗਲਤ ਪੁਰਖ ਮਿਲ ਵੀ ਗਏ ਹੋਣ, ਪਖੰਡੀ ਲੋਕ, ਮਨ ਨੂੰ ਤੋੜਨਾ ਨਹੀਂ ਚਾਹੀਦਾ ਆਪਣੇ ਨੂੰ। ਪੂਰਨ ਪੁਰਖ ਵੀ ਹੁੰਦੇ ਨੇ ਦੁਨੀਆ ਵਿੱਚ, ਫਿਰ ਸਮਕਾ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਮਿਲਣਾ ਚਾਹੀਦਾ, ਤਾਂ ਕਿ ਸਾਡੇ ਮਨਾਂ ਅੰਦਰ ਕੋਈ ਸ਼ੰਕਾ ਨਾ ਰਹਿ ਜਾਏ ਕਿ ਦੁਨੀਆ ਅੰਦਰ ਸਾਰੇ ਪਤਾ ਨਹੀਂ ਪਖੰਡੀ ਫਿਰਦੇ ਨੇ। ਪੂਰਨ ਪੁਰਖ ਵੀ ਹੁੰਦੇ ਨੇ, ਉਹਨਾਂ ਦੇ ਨਾਲ ਮਿਲ ਕੇ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ, ਗੁਰਮਤਿ ਦਾ ਗਿਆਨ ਹੁੰਦਾ ਹੈ, ਇਕਾਗਰਤਾ ਹੁੰਦੀ ਹੈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਇਉਂ ਬੇਨਤੀਆਂ ਕਰੋ, ਹੇ ਭੈ ਨੂੰ ਨਾਸ਼ ਕਰਨ ਵਾਲੇ ਮਿਹਰਬਾਨ ਅਕਾਲ ਪੁਰਖ ਵਾਹਿਗੁਰੂ, ਦਾਸ ਦੀ ਰੱਖ ਲਓ, ਕੀ ਇੱਜ਼ਤ ਪਤ ਰੱਖ ਲਓ ਮੇਰੀ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਸਤਿਗੁਰੂ ਫਰਮਾਉਂਦੇ ਨੇ ਕਿ ਹਰੀ ਦੇ ਗੁਣਾਂ ਦਾ ਗਾਇਨ ਕਰਨ ਦੇ ਨਾਲ ਕੀ ਹੁੰਦਾ, ਬਖਸ਼ਿਸ਼ ਕੀ ਹੁੰਦੀ ਹੈ। ਕਹਿੰਦੇ ਤੂੰ ਵੀ ਗੁਣਾਂ ਨੂੰ ਗਾਇਨ ਕਰ, ਕਿਉਂਕਿ ਗੁਣਾਂ ਦੇ ਗਾਉਣ ਨਾਲ ਅਲਖ ਜਿਹੜਾ ਹੈ, ਨਾ ਲਖੇ ਜਾਣ ਵਾਲਾ, ਨਾ ਜਾਣੇ ਜਾਣ ਵਾਲਾ ਪਰਮਾਤਮਾ ਜਾਣ ਲਈਦਾ। ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ। ਸ਼ਲੋਕ ਮਹੱਲਾ ਤੀਜਾ। ਜੀਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ। ਕਹਿੰਦੇ ਬੰਦਿਆ, ਜੀਵ ਆਤਮਾ ਤੇ ਪਿੰਡ ਜਿਹੜਾ ਸਰੀਰ ਹੈ ਨਾ, ਇਹ ਸਾਰਾ ਕੁਝ ਮਾਲਕ ਦਾ ਹੀ ਹੈ, ਦਿੱਤਾ ਹੋਇਆ ਆਪਾਂ ਨੂੰ। ਉਹੀ ਸਾਰਿਆਂ ਨੂੰ ਆਧਾਰ ਦਿੰਦਾ, ਆਸਰਾ ਦਿੰਦਾ। ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ। ਸਤਿਗੁਰੂ ਫਰਮਾਉਂਦੇ ਨੇ, ਭਾਈ ਜਿਹੜਾ ਜੋ ਸਦੀਵ ਕਾਲ ਸਾਰਿਆਂ ਜੀਵਾਂ ਦਾ ਦਾਤਾ ਹੈ, ਸਦਾ ਸਦਾ ਦਾਤਾਰ।
ਸਦਾ ਦਿਨੇ ਵੀ ਦਾਤਾਂ ਦਿੰਦਾ, ਸਦਾ ਰਾਤ ਨੂੰ ਵੀ ਦਾਤਾਂ ਦਿੰਦਾ, ਸਦਾ ਇਸ ਲੋਕ ਵਿੱਚ ਵੀ ਦਾਤਾਂ ਦਿੰਦਾ, ਸਦਾ ਪਰਲੋਕ ਵਿੱਚ ਵੀ ਦਾਤਾਂ ਦਿੰਦਾ। ਦੇਵਤਿਆਂ ਦਾ, ਦੈਂਤਾਂ ਦਾ, ਮਨੁੱਖਾਂ ਦਾ, 84 ਦਾ ਦਾਤਾਰ ਹੈ ਉਹ। ਫਿਰ ਉਹਨੂੰ ਗੁਰਾਂ ਦੇ ਦੁਆਰਾ ਕਹਿੰਦੇ ਸਦਾ ਹੀ ਅਰਾਧਨਾ ਕਰੀਏ, ਜਿਹੜਾ ਦਾਤਾਰ ਪਾਤਸ਼ਾਹ, ਰੋਜੀ ਰੋਟੀ ਦਾ ਮਾਲਕ, ਰਿਜ਼ਕ ਦੇਣ ਵਾਲਾ। ਔ ਬਲਿਹਾਰੀ ਤਿਨ ਕਾ ਜਿਨ ਧਿਆਇਆ ਹਰਿ ਨਿਰੰਕਾਰ। ਜਿਨ੍ਹਾਂ ਨੇ ਹਰੀ ਨਿਰੰਕਾਰ ਨੂੰ ਧਿਆਉਣਾ ਕੀਤਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਬਲਿਹਾਰ ਜਾਂਦਾ ਮੈਂ ਉਹਨਾਂ ਤੋਂ, ਜਿਨ੍ਹਾਂ ਨੇ ਉਹਨੂੰ ਧਿਆਇਆ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਉਹਨਾਂ ਦੇ ਮੂੰਹ ਸਦਾ ਹੀ ਉਜਲੇ ਹੁੰਦੇ ਨੇ, ਕਿਸੇ ਤਰ੍ਹਾਂ ਦਾ ਉਹਨਾਂ ਦੇ ਵਿੱਚ ਕਾਲਖ ਨਹੀਂ ਹੁੰਦੀ। ਉਹਨਾਂ ਨੂੰ ਸਾਰਾ ਜਗਤ ਹੀ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ। ਮਹੱਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ, ਨਵ ਨਿਧ ਖਰਚੇ ਆਓ ਖਾਓ। ਸਤਿਗੁਰਾਂ ਨਾਲ ਮਿਲਣੇ ਕਰਕੇ ਜਦ ਦੀ ਬਿਰਤੀ ਸੰਸਾਰ ਵੱਲੋਂ ਉਲਟ ਹੋਈ ਹੈ, ਉਦੋਂ ਦਾ ਗੁਰਾਂ ਨੇ ਵਰ ਦਿੱਤਾ ਕਿ ਨੌਦਾ ਭਗਤੀ ਰੂਪ 9 ਨਿਧਾਂ ਨੂੰ, ਪ੍ਰਤੱਖ ਨਿਧੀਆਂ ਨੂੰ ਆਪ ਖਾਓ, ਹੋਰਨਾਂ ਨੂੰ ਖਰਚ ਨਾ ਕਰੋ। ਆਪ ਜਪੋ, ਦੂਜਿਆਂ ਨੂੰ ਜਪਾਓ। ਸਤਿਗੁਰਾਂ ਨੂੰ ਮਿਲ ਕੇ ਮੇਰੀ ਬੁੱਧੀ ਉਲਟ ਹੋ ਗਈ ਦੁਨੀਆ ਤੋਂ। ਹੁਣ ਤਾਂ ਗੁਰਾਂ ਦੀ ਇਹੀ ਜੀ ਕਹਿੰਦੇ ਕਿਰਪਾ ਹੋ ਗਈ ਹੈ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ, ਨਿਜ ਥਾਏ, ਆਪਣੇ ਅੰਤਹਿਕਰਨ ਰੂਪ ਅਸਥਾਨ ਵਿੱਚ, ਜੋ ਆਪਣਾ ਸਰੂਪ ਰੂਪੀ ਘਰ ਹੈ, ਉਹਦੇ ਵਿੱਚ ਹੁਣ ਮੈਂ ਵਸਦਾ। ਨਿਜ ਘਰ ਵਸੈ ਨਿਜ ਥਾਏ। ਉੱਥੇ ਇਹੀ ਜੀ ਕਿਰਪਾ ਹੋ ਗਈ ਜਦੋਂ ਮੇਰਾ ਮਨ ਉੱਥੇ ਜਾ ਕੇ ਟਿਕਿਆ, ਬਾਹਰੋਂ ਭੱਜਿਆ ਫਿਰਦਾ ਆ ਕੇ ਟਿਕ ਗਿਆ। ਅਨਹਦ ਧੁਨੀ ਦਾ ਸਦ ਵੱਜਦੇ, ਉਨ ਮਨ ਹਰ ਲਿਵ ਲਾਏ। ਉਨ ਮਨ ਹੁੰਦੀ ਤੁਰੀਆ ਪਦ, ਤੁਰੀਆ ਪਦ ਹੁੰਦਾ ਚੌਥੀ ਪਦਵੀ, ਤਮੋ ਰਜੋ ਸਤੋ ਤੋਂ ਉੱਤੇ ਜਾ ਕੇ, ਜਾਂ ਫਿਰ ਤੁਰੀਆ ਪਦ ਹੁੰਦਾ 7ਵੀਂ ਭੂਮਿਕਾ ਬ੍ਰਹਮ ਗਿਆਨ ਦੀ, ਜਿੱਥੇ ਜਾਗਰਤ ਸੁਪਨ ਸੁਖੋਪਤ ਨੂੰ ਪਾਰ ਕਰ ਜਾਂਦਾ। ਕਹਿੰਦੇ ਤੁਰੀਆ ਪਦ ਰੂਪ ਜੋ ਹਰੀ ਹੈ, ਉਹਦੇ 'ਚ ਬਿਰਤੀ ਲਗਾਉਣ ਕਰਕੇ ਅਨਹਦ ਧੁਨੀ, ਇੱਕ ਰਸ ਧੁਨ ਦੇ ਵਾਜੇ ਵੱਜਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਵਾਜੇ ਜਿਹੜੇ ਅੰਦਰ ਵੱਜਦੇ ਨੇ, ਮੈਂ ਸ਼ੁੱਧ ਹਾਂ, ਸੁੱਧੋ ਹੰ, ਬੁੱਧੋ ਹੰ, ਨਿਰਵਿਕਾਰੋ ਹੰ। ਇਸ ਤਰ੍ਹਾਂ ਦਾ ਉਹਦਾ ਰੂਪ ਬਣ ਜਾਂਦਾ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ। ਸਤਿਗੁਰੂ ਕਹਿੰਦੇ ਨੇ ਕਿ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦੀ ਭਗਤੀ ਵਸ ਜਾਂਦੀ ਹੈ, ਜਿਨ੍ਹਾਂ ਦੇ ਮੱਥੇ ਉੱਪਰ ਧੁਰੋਂ ਹੀ ਅਕਾਲ ਪੁਰਖ ਨੇ ਸ੍ਰੇਸ਼ਟ ਲੇਖ ਲਿਖ ਦਿੱਤਾ। ਵਾਰ ਦੀ ਸਮਾਪਤੀ ਕਰਦਿਆਂ ਹੋਇਆਂ ਅਖੀਰਲੀ ਪੌੜੀ ਗੁਰੂ ਰਾਮਦਾਸ ਫਰਮਾਉਂਦੇ ਨੇ, ਪੌੜੀ ਔ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਆਪਣੇ ਮਾਲਕ ਹਰੀ ਪ੍ਰਭੂ ਦਾ ਜਸ ਕਰਨ ਵਾਲਾ ਮੈਂ ਢਾਡੀ ਹਾਂ। ਹਰੀ ਦੇ ਦਰ ਤੇ, ਹਰੀ ਦੇ ਦਰਬਾਰ ਸਤਸੰਗ ਵਿੱਚ ਆਇਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਜਿਸ ਵੇਲੇ ਹਰੀ ਨੇ ਮੇਰੀ ਅੰਦਰ ਦੀ ਪੁਕਾਰ ਸੁਣੀ, ਤਾਂ ਮੈਂ ਢਾਡੀ ਨੂੰ ਆਪਣੇ ਮੁਖ ਲਾ ਲਿਆ, ਭਾਵ ਬੁਲਾ ਲਿਆ ਸਾਹਮਣੇ, ਦਰਸ਼ਨ ਦੇ ਕੇ ਕੋਲ ਬਿਠਾ ਲਿਆ। ਹਰ ਪੁੱਛਿਆ ਢਾਡੀ ਸਦ ਕੈ, ਕਿਤ ਅਰਥ ਤੂੰ ਆਇਆ। ਹੁਣ ਹਰੀ ਨੇ, ਵਾਹਿਗੁਰੂ ਨੇ ਮੈਨੂੰ ਢਾਡੀ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ, ਆਓ ਭਾਈ ਤੁਸੀਂ ਕਿਸ ਅਰਥ ਆਏ ਹੋ, ਤੁਸੀਂ ਕਿਸ ਕੰਮ ਆਏ ਹੋ। ਕਹਿੰਦੇ ਅੱਗਿਓਂ ਮੈਂ ਬੇਨਤੀ ਕੀਤੀ, ਨਿਤ ਦੇਵੋ ਦਾਨ ਦਇਆਲ ਪ੍ਰਭ, ਹਰ ਨਾਮ ਧਿਆਇਆ। ਇਹ ਦਿਆਲੂ ਸੁਭਾਅ ਵਾਲੇ ਵਾਹਿਗੁਰੂ ਜੀ, ਮੈਂ ਹਰ ਰੋਜ਼ ਨਿਤਾ ਪ੍ਰਤੀ ਹਰੀ ਨਾਮ ਨੂੰ ਧਿਆਉਣਾ ਚਾਹੁੰਦਾ ਹਾਂ। ਆਪ ਕਿਰਪਾ ਕਰਕੇ ਮੈਨੂੰ ਨਾਮ ਦਾਨ ਬਖਸ਼ ਦਿਓ। ਮੈਂ ਹਰ ਰੋਜ਼ ਜਪਣਾ ਚਾਹੁੰਦਾ ਨਾਮ, ਮੇਰੇ ਉੱਤੇ ਆਪ ਜੀ ਕਿਰਪਾ ਕਰ ਦਿਓ ਜੀ। ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਕਹਿੰਦੇ ਉਸ ਵੇਲੇ ਹਰੀ ਦਾਤੇ ਨੇ ਮੈਂ ਢਾਡੀ ਪਾਸੋਂ ਹਰੀ ਨਾਮ ਜਪਾਇਆ, ਵਾਹਿਗੁਰੂ ਵਾਹਿਗੁਰੂ, ਅਤੇ ਮੈਂ
ਨਾਨਕ ਨੂੰ ਜਸ ਦਾ ਸਿਰੋਂ ਪਉ ਪਹਿਨਾਉਣਾ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ। ਮੈਨੂੰ ਭਾਵ ਗੁਰੂ ਰਾਮਦਾਸ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਵੀ ਇਹੀ ਕਹਿੰਦੇ ਨੇ, ਗੁਰੂ ਅੰਗਦ ਦੇਵ ਜੀ ਕਹਿੰਦੇ ਨੇ। ਸਿਰੋਂ ਪਉ ਦਾ ਮਤਲਬ ਨਾਮ ਦਾ ਸਿਰੋਂ ਪਉ ਦਿੱਤਾ। ਮੇਰੇ ਪੜਦੇ ਢੱਕ ਲਏ ਨੇ। ਸੁੱਧ 21 ਲਿਖਿਆ, ਫਿਰ ਲਿਖਿਆ 1। 21 ਸ਼ਲੋਕਾਂ ਪੌੜੀਆਂ ਦੀ ਤੋਂ 21 ਪੌੜੀਆਂ ਦੀ ਇੱਕੋ ਹੀ ਵਾਰ ਹੈ। ਸੁੱਧ ਇਹ ਗੱਲ ਭਾਈ ਗੁਰਦਾਸ ਜੀ ਨੂੰ ਆਖੀ ਕਿ ਇੱਥੋਂ ਤੱਕ ਜਿੰਨੀ ਬਾਣੀ ਆਈ ਹੈ ਸ਼ੁੱਧ ਹੈ, ਇਹਦੇ ਵਿੱਚ ਕੋਈ ਅਸ਼ੁੱਧੀ ਨਹੀਂ। ਆਪਣੀ ਮਨਮਤ ਅਨੁਸਾਰ ਕੋਈ ਅੱਖਰ ਵੱਧ ਘੱਟ ਨਹੀਂ ਕਰਨਾ। ਸੋ ਇਸ ਕਰਕੇ ਜਿੱਥੇ ਵੀ ਲਿਖਿਆ ਨਾਲ ਸੁੱਧ, ਉੱਥੇ ਨਾਲ ਸੁੱਧ ਪੜ੍ਹਨਾ ਹੈ। ਜਿੱਥੇ ਲਿਖਿਆ ਜੁਮਲਾ, ਉੱਥੇ ਨਾਲ ਜੁਮਲਾ ਪੜ੍ਹਨਾ ਹੈ। ਜਿੱਥੇ ਲਿਖਿਆ ਛੱਕਾ 1, ਉੱਥੇ ਪੜ੍ਹਨਾ ਹੈ। ਛੱਕਾ ਪਹਿਲਾ ਨਹੀਂ ਪੜ੍ਹਨਾ, ਛੱਕਾ 1। ਹੋਰ ਬਹੁਤ ਸਾਰਾ ਕੁਝ ਪਿੱਛੇ ਲਿਖਿਆ ਆਉਂਦਾ ਪੜ੍ਹਨਾ। ਜਿਹੜੇ ਨਵੇਂ ਸਿਆਣੇ ਅੱਜ ਕੱਲ੍ਹ ਦੇ ਨੇ ਉਹ ਕਹਿੰਦੇ ਇਹ ਪੜ੍ਹਨਾ ਨਹੀਂ ਹੈ, ਮਗਰੋਂ ਆਹ ਨਹੀਂ ਪੜ੍ਹਨਾ ਹੈ। ਸੋ ਇਸ ਤਰ੍ਹਾਂ ਮਹਾਰਾਜ ਸੁਮੱਤ ਬਖਸ਼ੇ ਸਾਰਿਆਂ ਨੂੰ। ਜੋ ਪਿੱਛੋਂ ਚੱਲੀ ਆਈ ਰੀਤ ਹੈ ਉਹਦੇ ਮੁਤਾਬਕ ਬਾਣੀ ਦਾ ਕੋਈ ਅੱਖਰ ਛੱਡਣਾ ਨਹੀਂ ਹੈ, ਸਾਰੇ ਪੜ੍ਹਨੇ ਨੇ। ਇਹ ਵੀ ਗੁਰੂ ਮਹਾਰਾਜ ਨੇ ਲਿਖਿਆ ਹੈ ਸੁੱਧ। ਇੱਥੇ ਤੱਕ ਸ੍ਰੀ ਰਾਗ ਦੀ ਵਾਰ 91 ਅੰਗ ਤੇ ਆ ਕੇ ਸੰਪੂਰਨ ਹੋ ਕੇ ਅੱਗੇ 92 ਅੰਗ ਤੇ ਬਖਸ਼ਿਸ਼ ਕਰਨਗੇ ਭਗਤਾਂ ਦੀ ਬਾਣੀ।